Sat Shri Akal, Adab, Namaste. This is Rajdeep once again with one more interesting episode of Harmony on ATN Star Plus. In today's episode, our first segment is about an interesting yet controversial topic, which is extramarital affairs. Yash Sharma had a brief discussion with Kuldeep Ahluwalia on this topic. Let's have a look. What we do is we are making 100% eco-friendly paper. Yes, 100% post-consumer paper without adding 1% of pulp or wood pulp also, or without cutting a single tree. We are making paper without any emissions, no byproducts. People love when they feel the texture of the paper. It is a win-win for everybody. It's a win for the environment, trees not to be cut. It's win for the local people that they are using their local material. So it's like Abraham Lincoln said, paper with the people, by the people and for the people. Sherwood Ford is the largest Ford dealership in North America. At Sherwood Ford, customer satisfaction drives our success. ਅੱਜ ਸਾਡਾ ਚਰਚਾ ਦਾ ਵਿਸ਼ਾ ਹੈ ਗੈਰ ਸੰਬੰਧ। ਜਿਹੜੇ ਅੰਕੜੇ ਸਾਹਮਣੇ ਆਏ ਹਨ, 25% ਆਦਮੀ ਔਰ 17% ਔਰਤਾਂ ਜਿਹੜੀਆਂ ਵਿਆਹ ਤੋਂ ਬਾਅਦ ਵੀ ਗੈਰ ਸੰਬੰਧ ਰੱਖਦੀਆਂ, ਜਿਹਦਾ ਬਹੁਤ ਬੁਰਾ ਅਸਰ ਸਾਡੀ ਕਮਿਊਨਿਟੀ 'ਤੇ ਪੈ ਰਿਹਾ ਹੈ। ਪਰਿਵਾਰ ਬਰਬਾਦ ਹੋ ਰਹੇ ਨੇ। ਇਹ ਵੀ ਪਤਾ ਲੱਗਿਆ ਕਿ 65% ਡਿਵੋਰਸ ਰੇਟ ਜਿਹੜਾ ਹੈਗਾ ਉਹ ਗੈਰ ਸੰਬੰਧਾਂ ਕਰਕੇ ਹੀ ਹੈ। ਔਰ ਅੰਕੜੇ ਇਹ ਵੀ ਦੱਸਦੇ ਨੇ ਕਿ ਔਰਤਾਂ ਜਿਹੜੀਆਂ ਦੀ ਉਮਰ 40 ਸਾਲ ਤੋਂ ਥੱਲੇ ਹੈ ਔਰ ਆਦਮੀ ਕਿਸੇ ਵੀ ਉਮਰ ਦਾ ਗੈਰ ਸੰਬੰਧ ਦਾ ਸ਼ਿਕਾਰ ਹੋ ਚੁੱਕਿਆ ਹੈ। ਅੱਜ ਸਾਡੇ ਨਾਲ ਸਟੂਡੀਓ 'ਚ ਕੁਲਦੀਪ ਆਹਲੂਵਾਲੀਆ, ਜੋ ਕਿ ਉੱਘੇ ਸਾਹਿਤਕਾਰ ਹਨ, ਨਾਟਕਕਾਰ ਹਨ, ਬੁੱਧੀਜੀਵੀ ਔਰਤ ਹਨ, ਇਸ ਚਰਚਾ ਨੂੰ ਲੈ ਕੇ ਗੱਲਬਾਤ ਕਰਨਗੇ। ਕੁਲਦੀਪ ਜੀ, ਤੁਹਾਡਾ ਸਵਾਗਤ ਹੈ। ਕੁਲਦੀਪ ਜੀ, ਤੁਸੀਂ ਇੰਨੇ ਸਾਲਾਂ ਤੋਂ ਸਾਡੀ ਕਮਿਊਨਿਟੀ 'ਚ ਵਿਚਰ ਰਹੇ ਹੋ ਔਰ ਤੁਹਾਨੂੰ ਕੈਨੇਡਾ ਆਏ ਵੀ ਕਾਫੀ ਅਰਸਾ ਹੋ ਗਿਆ। ਇਹ ਗੈਰ ਸੰਬੰਧਾਂ ਨੂੰ ਲੈ ਕੇ ਸਾਡੇ ਪਰਿਵਾਰਾਂ 'ਚ ਉਜਾੜਾ ਬਹੁਤ ਪੈ ਰਿਹਾ। ਇਹ ਕਿਉਂ ਹੋ ਰਿਹਾ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਇਹਦਾ ਮੁੱਖ ਕਾਰਨ ਜਿਹੜਾ ਮੈਂ ਸਮਝਦੀ ਹਾਂ ਪਹਿਲਾਂ ਹੈਗਾ ਉਹ ਤੇ ਹੈ ਤਣਾਅ। ਆਪਣੇ ਸੁਸਾਇਟੀ ਦੇ ਵਿੱਚ, ਆਪਣੀ ਫੈਮਲੀਜ਼ ਦੇ ਵਿੱਚ ਤਣਾਅ, ਬੇਰੁਜ਼ਗਾਰੀ, ਸੱਸ ਸਹੁਰੇ ਦਾ ਆਪਣੇ ਕਲਚਰ ਦੇ ਵਿੱਚ, ਆਪਣੀ ਕਮਿਊਨਿਟੀ ਦੇ ਵਿੱਚ ਸੱਸ ਸਹੁਰੇ ਦਾ ਅਹਿਮ ਇੱਕ ਰੋਲ ਹੈਗਾ ਹੈ, ਜਿੱਥੇ ਕਿ ਉਹਦੇ ਕਰਕੇ ਪ੍ਰੋਬਲਮਸ ਬਹੁਤ ਜ਼ਿਆਦਾ ਵੱਧ ਜਾਂਦੀਆਂ ਨੇ। ਅਤੇ ਹਸਬੈਂਡ ਵਾਈਫ ਦੇ ਆਪਸੀ ਜਿਹੜੇ ਸੰਬੰਧ ਹੈਗੇ ਆ ਉਹਨਾਂ ਵਿੱਚ ਅਨੁਕੂਲਤਾ ਨਹੀਂ ਹੈ। ਉਸ ਤੋਂ ਇਲਾਵਾ ਜਦੋਂ ਆਪਾਂ ਬਾਹਰ ਵਿਚਰਦੇ ਹਾਂ, ਲੇਡੀਜ਼ ਜਦੋਂ ਬਾਹਰ ਜਾਂਦੀਆਂ ਬਿਜ਼ਨਸ ਦੇ ਵਿੱਚ ਜਾਂ ਕੰਮ 'ਤੇ, ਕਿਸੇ ਵੀ ਜਗ੍ਹਾ 'ਤੇ, ਜਿਹੜੇ ਬਿਜ਼ਨਸ ਐਸੋਸੀਏਟਸ ਹੈਗੇ ਹੈ ਜਾਂ ਇੰਪਲੋਇਰਸ ਹੈਗੇ ਹੈ, ਉੱਥੇ ਵੀ ਇਹ ਪ੍ਰੋਬਲਮਸ ਦੇਖਣ ਨੂੰ ਸਾਹਮਣੇ ਆਈਆਂ ਹੈਗੀਆਂ। ਅਤੇ ਉਹਨਾਂ ਦੇ ਰੀਜ਼ਨਸ ਵੀ ਇਹੀ ਹੈਗੇ ਆ ਕਿ ਸਾਰੇ ਆਪਣੇ ਆਪਣੇ ਪ੍ਰੋਬਲਮਸ ਨੂੰ ਲੈ ਕੇ ਤੰਗ ਹੁੰਦੇ ਆ ਅਤੇ ਬਾਹਰ ਨਿਕਲ ਕੇ ਫਿਰ ਸਾਰੇ ਇੱਕ ਕੀ ਕਹਿੰਦੇ ਉਹਨੂੰ ਸੋਲੇਸ ਜਿਹੜਾ ਹੈਗਾ ਉਹ ਲੱਭਣ ਦੀ ਕੋਸ਼ਿਸ਼ ਕਰਦੇ ਆ। ਜਦੋਂ ਅਸੀਂ ਇੰਡੀਆ ਹੁੰਦੇ ਹਾਂ, ਸਾਨੂੰ ਸੋਸ਼ਲ ਬੈਰੀਅਰ ਜਿਹੜੇ ਆ ਘੇਰਾ ਪਾਈ ਰੱਖਦੇ ਆ। ਕੀ ਤੁਸੀਂ ਮਹਿਸੂਸ ਨਹੀਂ ਕਰਦੇ ਕਿ ਜਿਹੜੀ ਓਪਨਨੈਸ ਹੈ ਕੈਨੇਡਾ ਦੀ, ਉਹ ਵੀ ਗੈਰ ਸੰਬੰਧਾਂ ਨੂੰ ਉਤਸ਼ਾਹਿਤ ਕਰਦੀ ਹੈ? ਉਤਸ਼ਾਹਿਤ ਜ਼ਰੂਰ ਕਰਦੀ ਹੈ, ਪਰ ਇਹ ਆਪਣੀ ਸੋਚ ਇਸ ਤਰ੍ਹਾਂ ਹੈਗੀ ਹੈ ਕਿਉਂਕਿ ਆਪਣੀ ਕਮਿਊਨਿਟੀ ਬਦਲਦੀ ਨਹੀਂ ਹੈ। ਆਪਾਂ ਉੱਥੋਂ ਤੇ ਇੱਥੇ ਆ ਜਾਂਦੇ ਹਾਂ, ਪਰ ਜਿਹੜੀ ਆਪਣੀ ਸੋਚ ਹੈ ਆਪਾਂ ਉਹੀ ਰੱਖਦੇ ਹਾਂ। ਜੇ ਹੁਣ ਮੈਂ ਆਪਣੀ ਐਗਜ਼ਾਮਪਲ ਨਹੀਂ ਦਿੰਦੀ, ਪਰ ਜਨਰਲ ਕਿ ਮੈਂ ਜਿਵੇਂ ਹੁਣ ਆਊਟਗੋਇੰਗ ਹੈਗੀ ਹਾਂ, ਮੈਂ ਬਾਹਰ ਜਾਂਦੀ ਹਾਂ, ਮੈਂ ਬਿਜ਼ਨਸ ਕਰਦੀ ਹਾਂ ਜਾਂ ਮੈਂ ਮੀਡੀਆ 'ਚ ਜਾਂਦੀ ਹਾਂ, ਅਤੇ ਲੋਕ ਸੋਚ ਲੈਂਦੇ ਹੈ ਜੀ ਇਹ ਤਾਂ ਬਹੁਤ ਓਪਨ ਹੋਏਗੀ, ਅਤੇ ਉਹ ਓਪਨਨੈਸ ਨੂੰ ਗਲਤ ਤਰੀਕੇ ਨਾਲ ਲਿਆ ਜਾਂਦਾ ਹੈ। ਇਹ ਨਹੀਂ ਦੇਖਦੇ ਕਿ ਕੁੜੀਆਂ ਦੀ ਸਿੱਖਿਆ ਹੈਗੀ ਹੈ, ਉਹ ਅੱਗੇ ਵੱਧ ਰਹੀਆਂ, ਅਤੇ ਉਹਨਾਂ ਨੂੰ ਉਸ ਤਰੀਕੇ ਨਾਲ ਪ੍ਰੋਤਸਾਹਿਤ ਕੀਤਾ ਜਾਏ, ਨਾ ਕਿ ਉਹਨੂੰ ਗਲਤ ਤਰੀਕੇ ਨਾਲ ਸੰਬੰਧਾਂ ਦੇ ਰੂਪ ਵਿੱਚ ਅੱਗੇ ਲਿਆਂਦਾ ਜਾਏ। ਅਤੇ ਉਹ ਨਾਮ ਜੋੜ ਦਿੰਦੇ ਆ ਫਿਰ ਜਿਹੜੀ ਅਸਲੀ ਗੱਲ ਹੈ। ਉਹ ਗਲਤ ਸੋਚ ਹੈ। ਬੇਸਿਕਲੀ ਪਹਿਲਾਂ ਤਾਂ ਸੋਚ ਬਦਲਣ ਦੀ ਲੋੜ ਹੈ। ਉਹਦੇ ਕਾਰਨ ਬਹੁਤ ਹੋ ਸਕਦੇ ਹੈ, ਕਾਰਨ ਹੈਗੇ ਹੈ, ਪਰ ਪਹਿਲੀ ਗੱਲ ਤਾਂ ਆਪਾਂ ਆਪਣੀ ਸੋਚ 'ਤੇ, ਜੇ ਮੇਰੀ ਸੋਚ ਇਸ ਤਰ੍ਹਾਂ ਦੀ ਹੋਏਗੀ ਤਾਂ ਮੈਂ ਚਾਰਾਂ ਨੂੰ ਅੱਗੇ ਗਲਤ ਸੋਚ ਦਊਂਗੀ, ਜਿਹੜਾ ਕਿ ਗਲਤ ਹੈ।
ਤੁਸੀਂ ਮੇਰੇ ਨਾਲ ਇਹ ਵੀ ਸਹਿਮਤ ਹੋਵੋਗੇ ਕਿ ਇੱਥੇ ਸਲੋਗਨ ਹੈਗਾ ਸਾਡੀ ਕਮਿਊਨਿਟੀ 'ਚ, ਵੀਜ਼ਾ ਵਿਕਦਾ ਹੈ, ਕਿਉਂਕਿ ਲੋਕ ਮੈਰਿਜ ਬੇਸ 'ਤੇ ਚਾਹੇ ਮੁੰਡੇ ਚਾਹੇ ਕੁੜੀਆਂ ਕੈਨੇਡਾ ਐਂਟਰ ਕਰਦੇ ਆ, ਉਹਨਾਂ ਦੀ ਆਪਸ 'ਚ ਕੁਆਲੀਫਿਕੇਸ਼ਨ, ਉਹਨਾਂ ਦੀ ਪਰਸਨੈਲਿਟੀ ਜਿਹੜੀ ਹੈ ਬਿਲਕੁਲ ਵੱਖਰੀ ਹੁੰਦੀ ਹੈ। ਕਿ ਇਹ ਵੀ ਗੈਰ ਸੰਬੰਧਾਂ ਨੂੰ ਉਤਸ਼ਾਹਿਤ ਕਰਦੀ ਹੈ? ਬਿਲਕੁਲ ਜੀ ਯਸ਼ ਜੀ, ਮੈਂ ਦਰਸ਼ਕਾਂ ਨੂੰ ਦੱਸਣਾ ਚਾਹੂੰਗੀ ਕਿ ਇਹ ਸਭ ਤੋਂ ਜ਼ਿਆਦਾ ਕੇਸਿਸ ਜਿਹੜੇ ਹੈ ਇਹ ਇੰਡੀਆ ਵੀ ਹੈਗੇ ਹੈ, ਪਾਕਿਸਤਾਨ ਵੀ ਹੈਗੇ ਹੈ, ਇੱਥੇ ਵੀ ਹੈਗੇ ਹੈ। ਅਤੇ ਆਪਣੀ ਕਮਿਊਨਿਟੀ ਨੂੰ ਲੈ ਕੇ ਆਪਾਂ ਗੱਲ ਕਰ ਰਹੇ ਹਾਂ ਅਤੇ ਇਹ ਬੜੀ ਤਾਦਾਦ ਦੇ ਵਿੱਚ ਹੈ, ਕਿਉਂਕਿ ਅੱਜ ਕੱਲ੍ਹ ਇੰਨਾ ਓਪਨਨੈਸ ਹੋਣ ਦੇ ਬਾਵਜੂਦ, ਇੰਨੀ ਪੜ੍ਹਾਈ ਹੋਣ ਦੇ ਬਾਵਜੂਦ ਜਿਹੜੇ ਪੇਰੈਂਟਸ ਹੈਗੇ ਆ ਉਹ ਫਿਰ ਪ੍ਰੈਸ਼ਰ ਕਰਦੇ ਆ ਕੁੜੀਆਂ ਨੂੰ ਵੀ ਨਹੀਂ ਸਾਡੀ ਮਰਜ਼ੀ ਨਾਲ ਵਿਆਹ ਕਰਾਓ। ਜਦੋਂ ਇੱਦਾਂ ਦੇ ਵਿਆਹ ਹੋ ਜਾਂਦੇ ਆ ਉੱਥੇ ਬਣਦੀ ਨਹੀਂ ਆਪਸ ਦੇ ਵਿੱਚ। ਬਣਦੀ ਕਿਉਂ ਨਹੀਂ? ਕਿਉਂਕਿ ਮੈਂਟਲ ਲੈਵਲ ਨਹੀਂ ਮਿਲਦਾ, ਐਜੂਕੇਸ਼ਨ ਦੀ ਪ੍ਰੋਬਲਮ ਹੁੰਦੀ ਹੈ, ਕਿਸੇ ਨੇ ਘੱਟ ਹੈ ਅਤੇ ਵੱਧ ਹੈ, ਅਤੇ ਉਹ ਚੀਜ਼ਾਂ ਫਿਰ ਜ਼ਾਹਿਰ ਹੈ ਗੈਰ ਸੰਬੰਧਾਂ ਨੂੰ ਹਮੇਸ਼ਾ ਵਧਾਉਂਦੀਆਂ ਨੇ। ਇਹ ਵੀ ਦੇਖਣ ਨੂੰ ਮਿਲਿਆ ਕਿ ਜਿਵੇਂ ਮੈਰਿਜ 'ਤੇ ਅਸੀਂ ਆਉਂਦੇ ਹਾਂ, ਸਾਡਾ ਏਜ ਗੈਪ ਬਹੁਤ ਹੁੰਦਾ ਹਸਬੈਂਡ ਵਾਈਫ ਦਾ, ਕਈ ਵਾਰੀ 10-10 ਸਾਲ ਹੁੰਦਾ ਹੈ। ਕੀ ਇਹ ਵੀ ਜ਼ਿੰਮੇਦਾਰ ਹੈ ਗੈਰ ਸੰਬੰਧਾਂ ਨੂੰ ਡਿਵੈਲਪ ਕਰਨ 'ਚ? ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਹ ਮੈਂ ਸਟੱਡੀ ਕੀਤੀ ਸੀਗੀ, ਕਈ ਸਰਵੇਜ਼ ਹੋਏ ਆ ਇਸ ਟੌਪਿਕ ਨੂੰ ਲੈ ਕੇ, ਇੰਗਲੈਂਡ ਦੇ ਵਿੱਚ ਵੀ ਹੋਇਆ, ਈਵਨ ਮੁੰਬਈ 'ਚ ਹੋਇਆ ਹੈਗਾ। ਉਹਦੇ 'ਚ ਕਿਹਾ ਗਿਆ ਸੀਗਾ ਕਿ ਜਨਾਨੀਆਂ ਜਿਹੜੀਆਂ ਬੰਦਿਆਂ ਤੋਂ 10 ਸਾਲ ਛੋਟੀਆਂ ਹੁੰਦੀਆਂ ਨੇ, ਉੱਥੇ ਜਨਾਨੀਆਂ ਵੀ ਗੈਰ ਸੰਬੰਧ ਦੇ ਵਿੱਚ ਪੈ ਜਾਂਦੀਆਂ ਨੇ, ਅਸੀਂ ਕਹਿ ਸਕਦੇ ਹਾਂ। ਅਤੇ ਇਹ ਹੈਗਾ ਇੱਕ ਬਹੁਤ ਵੱਡਾ ਫੈਕਟਰ ਹੈਗਾ ਏਜ ਫੈਕਟਰ ਜਿਹੜਾ, ਅਤੇ ਬੰਦੇ ਵੀ ਇਸ ਹਿਸਾਬ ਨਾਲ ਕਈ ਵਾਰ ਕਲੋਜ਼ਨੈਸ ਨਹੀਂ ਲੈ ਕੇ ਆ ਸਕਦੇ ਆਪਸੀ ਜਿਹੜੇ ਰਿਸ਼ਤੇ ਆ ਉਹਨਾਂ ਦੇ ਵਿੱਚ, ਅਤੇ ਉਹਦੇ ਕਰਕੇ ਜਿਹੜੀ ਅੰਡਰਸਟੈਂਡਿੰਗ ਹੈ, ਮਤਲਬ ਈਵਨ ਬਾਤਚੀਤ, ਗੱਲਬਾਤ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਵੀ ਪ੍ਰੋਪਰ ਨਹੀਂ ਹੁੰਦੀ। ਅਤੇ ਉਹ ਜਿਹਨੂੰ ਆਪਾਂ ਕਹੀਏ ਲੈਕ ਆਫ ਕਮਿਊਨੀਕੇਸ਼ਨ, ਸ਼ੁਰੂਆਤ ਉੱਥੋਂ ਹੁੰਦੀ ਹੈ ਹਰ ਚੀਜ਼ ਦੀ, ਅਤੇ ਉਹ ਅੱਗੇ ਵੱਧਦੀ ਉਹ ਫਿਰ ਗੈਰ ਸੰਬੰਧ ਅਤੇ ਫਿਰ ਐਂਡ ਉਹਦਾ ਤਲਾਕ ਵੀ ਹੋ ਜਾਂਦਾ ਹੈ। ਅਤੇ ਇਹ ਵੀ ਤੁਸੀਂ ਦੇਖਿਆ ਹੈ ਔਰ ਤੁਸੀਂ ਇੰਡੀਆ 'ਚ ਵੀ ਦੇਖਿਆ ਹੋਏਗਾ ਕਿ ਡਰੱਗ ਐਂਡ ਅਲਕੋਹਲ ਅਬਿਊਜ਼ ਜਿਹੜੀ ਹੈ ਬਹੁਤ ਜ਼ਿਆਦਾ ਹੈ। ਜਿਹੜੇ ਨਸ਼ਿਆਂ ਦਾ ਸੇਵਨ ਹੈ ਉਹ ਪੁਰਸ਼ ਦੀ ਐਫੀਸ਼ੀਐਂਸੀ ਵੀ ਡਾਊਨ ਕਰਦੇ ਹੈ। ਕਿ ਇਹ ਵੀ ਇੱਕ ਕਾਰਨ ਹੈਗਾ ਗੈਰ ਸੰਬੰਧਾਂ ਦਾ? ਯਸ ਜੀ, ਆਪਣੀ ਕਮਿਊਨਿਟੀ 'ਚ ਤਾਂ ਇਹ ਹੈ ਕਿ ਜੇ ਪੀਤੀ ਨਹੀਂ ਤਾਂ ਸ਼ਾਇਦ ਕਮਿਊਨਿਟੀ ਸਾਡੀ ਇੱਜ਼ਤ ਨਹੀਂ, ਬੰਦਿਆਂ ਦਾ ਇਹ ਹਾਲ ਹੈ। ਪਰ ਜੇ ਉਹੀ ਗੱਲ ਅੱਜ ਕੱਲ੍ਹ ਲੇਡੀਜ਼ ਬਾਹਰ ਜਾਂਦੀਆਂ, ਪੜ੍ਹਦੀਆਂ, ਐਂਟਰਪ੍ਰੀਨਰਸ ਹੈਗੀਆਂ, ਅਤੇ ਉਹ ਜੇ ਲੈ ਕੇ ਖੜੀਆਂ ਵੀ ਹੋ ਜਾਣਗੀਆਂ ਤਾਂ ਉਹ ਇੱਕ ਟੈਬੂ ਲੱਗ ਜਾਏਗਾ ਕਿ ਹਾਂਜੀ ਇਹ ਜਨਾਨੀਆਂ ਪੀਂਦੀਆਂ। ਪਰ ਜਿਹੜੇ ਹਾਲਾਤ ਹੈਗੇ ਆ, ਜਨਾਨੀਆਂ ਕਿਉਂ ਪੀਂਦੀਆਂ? ਉਹ ਵੀ ਸਟਰੈਸ ਕਰਕੇ ਪੀਂਦੀਆਂ। ਹੁਣ ਜੇ ਆਪਾਂ ਇਹਨੂੰ, ਟਾਈਮ ਬਹੁਤ ਘੱਟ ਹੈ, ਪਰ ਜੇ ਮੈਂ ਇਹਨੂੰ ਬਹੁਤ ਜ਼ਿਆਦਾ ਇਲਾਬੋਰੇਟ ਕਰਾਂ ਅਤੇ ਕਹੂੰਗੀ ਕਿ ਇਹ ਤਾਂ ਮੇਜਰ ਫੈਕਟਰ ਆਪਣੀ ਕਮਿਊਨਿਟੀ ਦਾ ਹੈਗਾ, ਵਨ ਆਫ ਦਾ ਮੇਜਰ ਫੈਕਟਰਸ। ਪੰਜਾਬ ਤੋਂ ਸ਼ੁਰੂ ਕਰ ਲਓ, ਇੱਥੇ ਆ ਕੇ ਵੀ ਪਾਰਟੀਜ਼ ਲੈ ਲਓ, ਘਰ ਲੈ ਲਓ, ਅਤੇ ਉਹ ਪੀਣਾ ਇੱਕ ਗੱਲ ਹੈ, ਸੋਫਿਸਟੀਕੇਟਿਡ ਪੀਣਾ। ਪਰ ਜਦੋਂ ਆਪਾਂ ਗੱਲ ਕਰਦੇ ਹਾਂ ਅਬਿਊਜ਼ ਦੀ, ਆਪਣੀ ਕਮਿਊਨਿਟੀ ਸਭ ਤੋਂ ਜ਼ਿਆਦਾ ਅਬਿਊਜ਼ ਹੈਗਾ, ਸਭ ਤੋਂ ਜ਼ਿਆਦਾ। ਇਹ ਰਿਸਰਚ ਵੀ ਦੱਸਦੀ ਹੈ। ਮੈਂ ਕਈ ਕਮਿਊਨਿਟੀਜ਼ ਨਾਲ ਵੀ ਕੰਮ ਕੀਤਾ ਹੈਗਾ 2 ਸਾਲ, ਅਤੇ ਆਪਣੀ ਕਮਿਊਨਿਟੀ ਨਾਲ ਮੈਂ ਗੱਲ ਕੀਤੀ ਹੈ, ਲੇਡੀਜ਼ ਨਾਲ ਮੈਂ ਕੰਮ ਕੀਤਾ ਹੈ, ਅਤੇ ਉਹਨਾਂ ਨੂੰ ਬਾਹਰ ਕੱਢਣ ਦੀ ਲੋੜ ਹੈ ਇਸ ਤੋਂ। ਅਤੇ ਇਸ ਬਾਰੇ ਮਤਲਬ ਆਪਾਂ ਨੂੰ ਕਮਿਊਨਿਟੀ ਨੂੰ ਸਾਰਿਆਂ ਨੂੰ ਮਿਲ ਕੇ ਬਹੁਤ ਇਕੱਠੇ ਹੋ ਕੇ ਕੰਮ ਕਰਨ ਦੀ ਲੋੜ ਹੈ। ਇਹ ਛੋਟਾ ਇਸ਼ੂ ਨਹੀਂ ਹੈ, ਇਹ ਬਹੁਤ ਵੱਡਾ ਇਸ਼ੂ ਹੈਗਾ ਆਪਣੀ ਕਮਿਊਨਿਟੀ ਦਾ। ਨਹੀਂ, ਤੁਸੀਂ ਕਿਹਾ ਹੁਣੀ ਬਾਹਰ ਕੱਢਣ ਦੀ ਲੋੜ ਹੈ। ਕੈਨੇਡਾ 'ਚ ਤਾਂ ਕੋਈ ਘਰ ਬੈਠਾ ਹੀ ਨਹੀਂ ਹੈ, ਸਾਰੇ ਕੰਮਾਂ 'ਤੇ ਲੱਗੇ ਹੈ, ਦਿਹਾੜੀ ਲੱਗੀ ਹੈ, ਬਿੱਲ ਬੱਤੀਆਂ ਕੱਢ ਰਹੇ ਨੇ। ਕਿਹੜੀਆਂ ਔਰਤਾਂ ਜਿਹੜੀਆਂ ਘਰ ਬੈਠੀਆਂ ਜੋ ਤੁਹਾਡੇ ਮੁਤਾਬਕ ਹੈ? ਘਰ ਬੈਠੀਆਂ ਔਰਤਾਂ ਕੁਝ ਤੇ ਕੰਮ ਆਪ ਹੀ ਨਹੀਂ ਕਰਨਾ ਚਾਹੁੰਦੀਆਂ, ਉਹ ਇਸ ਤਰ੍ਹਾਂ ਦੀਆਂ ਜਿਹਨਾਂ ਨੂੰ ਆਪਾਂ ਕਹਿੰਦੇ ਹੱਡ ਹਰਾਮ ਹੈਗੀ ਹੈ। ਅਤੇ ਕਈ ਹੈਗੀਆਂ ਜਿਨ੍ਹਾਂ ਨੂੰ ਮਜਬੂਰੀ ਹੈ, ਪੜ੍ਹੀਆਂ ਲਿਖੀਆਂ ਔਰਤਾਂ, ਵੈਲ ਐਜੂਕੇਟਡ, ਪਰ ਫੈਮਿਲੀ ਦਾ ਪ੍ਰੈਸ਼ਰ ਇੰਨਾ ਹੈਗਾ, ਸੱਸ ਸਹੁਰੇ ਦਾ ਪ੍ਰੈਸ਼ਰ ਇੰਨਾ ਹੈ ਕਿ ਉਹ ਕੰਮ ਕਰਨ 'ਚ ਨਿਕਲਦੀਆਂ, ਉਹਨਾਂ 'ਤੇ ਫਿਰ ਇੱਕ ਤੋਂ ਇੱਕ ਤਰ੍ਹਾਂ ਦੇ ਇਲਜ਼ਾਮ ਲਗਾਏ ਜਾਂਦੇ ਹੈ, ਅਤੇ ਉਹ ਸਟਰੈਸ ਵਿੱਚ ਆ ਕੇ ਉਹ ਕਹਿੰਦੀ ਅਸੀਂ ਕੰਮ ਨਹੀਂ ਕਰਨਾ। ਇਸ ਤਰ੍ਹਾਂ ਦੇ ਕੇਸਿਸ ਮੈਂ ਦੇਖੇ ਹੈ ਬਕਾਇਦਾ। ਅਤੇ ਜੇ ਕੰਮ ਕਰਦੀਆਂ ਫਿਰ ਇਸ ਤਰ੍ਹਾਂ ਦੇ ਕੇਸਿਸ ਵੀ ਫਿਰ ਉਹਨਾਂ ਨੂੰ ਪੈਸੇ ਨਹੀਂ ਦਿੰਦੇ ਜੀ, ਤੁਹਾਨੂੰ ਸਿਰਫ ਨਾ ਕੰਮ 'ਤੇ ਜਾਣ ਨੂੰ ਪੈਸੇ ਮਿਲਣਗੇ ਅਤੇ ਵਾਪਸ ਆਉਣ ਨੂੰ ਪੈਸੇ ਮਿਲਣਗੇ, ਉਸ ਤੋਂ ਇਲਾਵਾ ਨਹੀਂ। ਉਹ ਕਹਿੰਦੀਆਂ ਫਿਰ ਕੰਮ ਕਾਹਦੇ ਲਈ ਕਰਨਾ? ਮਤਲਬ ਇੱਕ ਬੰਦਿਸ਼ ਹੈ ਸੁਸਾਇਟੀ ਦੇ ਵਿੱਚ, ਪਰਿਵਾਰ ਦੇ ਵਿੱਚ ਇੱਕ ਬੰਦਿਸ਼ ਹੈ। ਜੇ ਉਹ ਬਾਹਰ ਨਿਕਲਦੀਆਂ ਤਾਂ ਟੈਬੂ ਹੈ, ਜੇ ਨਹੀਂ ਨਿਕਲਦੀਆਂ ਤਾਂ ਪ੍ਰੋਬਲਮ ਹੈ। ਅਤੇ ਉਹ ਘਰ ਬੈਠੀਆਂ ਇਸ ਕਰਕੇ ਰਹਿੰਦੀਆਂ। ਅਦਰਵਾਈਜ਼ ਆਪਣੇ ਕਮਿਊਨਿਟੀ ਦੇ ਵਿੱਚ ਮੈਕਸੀਮਮ ਜਨਾਨੀਆਂ ਜਿਹੜੀਆਂ ਉਹ ਆਰਥਿਕ ਸਥਿਤੀ ਕਰਕੇ ਕੰਮ ਕਰਦੀਆਂ। ਕੁਲਦੀਪ ਜੀ, ਇਹ ਵੀ ਦੇਖਣ ਨੂੰ ਮਿਲਿਆ ਹੈ ਕਿ ਸਾਡੇ 'ਚ ਜੇ ਕਪਲ ਹੈ ਕੋਈ, ਇੱਕ ਦੀ ਪਰਸਨੈਲਿਟੀ ਵਧੀਆ ਹੈ, ਜੇ ਬੰਦਾ ਹੈਂਡਸਮ ਹੈ ਜਾਂ ਲੇਡੀ ਬਿਊਟੀਫੁਲ ਹੈ, ਇੱਕ ਸ਼ੱਕ ਸ਼ੁਰੂ ਹੋ ਜਾਂਦਾ ਹੈ
ਤੁਸੀਂ ਨਹੀਂ ਸੋਚਦੇ ਕਿ ਇਹ ਸ਼ੱਕ ਵੀ ਬੜਾ ਇੰਪੋਰਟੈਂਟ ਰੋਲ ਪਲੇ ਕਰਦਾ ਹੈ ਗੈਰ ਸੰਬੰਧ ਜਿਹੜੇ ਚੱਲ ਰਹੇ ਹੈ? ਸ਼ੱਕ ਜਿਹੜਾ ਉਹ ਤੇ ਬੁਨਿਆਦ ਹੈ ਨਾ, ਮਿਸਅੰਡਰਸਟੈਂਡਿੰਗ ਉੱਥੋਂ ਹੀ ਸ਼ੁਰੂਆਤ ਹੁੰਦੀ ਹੈ ਹਰ ਰਿਸ਼ਤੇ ਦੇ ਵਿੱਚ। ਤੁਸੀਂ ਉਹੀ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਲੈਕ ਆਫ ਕਮਿਊਨੀਕੇਸ਼ਨ ਜਿਹੜਾ ਸ਼ੱਕ ਤੇ ਫਿਰ ਲੈਕ ਆਫ ਕਮਿਊਨੀਕੇਸ਼ਨ। ਜੇ ਆਪਾਂ ਜਿੰਨੀ ਜ਼ਿਆਦਾ ਗੱਲਬਾਤ ਕਰਾਂਗੇ ਹਸਬੈਂਡ ਵਾਈਫ ਖੁੱਲ੍ਹ ਕੇ, ਆਪਣੇ ਸਪਾਊਸ ਨਾਲ ਤੁਸੀਂ ਗੱਲਬਾਤ ਕਰਦੇ ਹੋ, ਖੁੱਲ੍ਹ ਕੇ ਕਰਦੇ ਹੋ, ਤੇ ਉਹ ਤੁਹਾਡੇ ਰਿਲੇਸ਼ਨ ਨੂੰ, ਉਹ ਤੁਹਾਡੇ ਰਿਸ਼ਤੇ ਨੂੰ ਕਲੋਜ਼ ਲੈ ਕੇ ਆਉਂਦਾ, ਤੁਹਾਨੂੰ ਆਪਸ ਦੇ ਵਿੱਚ ਕਲੋਜ਼ ਲੈ ਕੇ ਆਉਂਦਾ, ਤੁਹਾਡਾ ਮੈਂਟਲ ਲੈਵਲ ਕਲੋਜ਼ ਹੁੰਦਾ ਹੈ। ਮਤਲਬ ਪਰ ਜੇ ਉਹ ਮਤਲਬ ਸ਼ੱਕ ਜਿਹੜਾ ਹੈ, ਸ਼ੱਕ ਨੂੰ ਤੁਸੀਂ ਮਿਸਅੰਡਰਸਟੈਂਡਿੰਗ ਕਹਿ ਲਓ, ਲੈਕ ਆਫ ਕਮਿਊਨੀਕੇਸ਼ਨ ਕਹਿ ਲਓ, ਇਹ ਤੁਹਾਡੀ ਸੋਚ 'ਤੇ ਫਿਰ ਡਿਫਰ ਕਰਦਾ ਹੈ ਕਿ ਤੁਸੀਂ ਉਸ ਗੱਲ ਨੂੰ ਕਿਸ ਤਰ੍ਹਾਂ ਲੈਂਦੇ ਹੋ। ਤੁਸੀਂ ਕਮਿਊਨੀਕੇਸ਼ਨ ਦੀ ਗੱਲ ਕੀਤੀ, ਤੁਸੀਂ ਹੋਰ ਵੀ ਕਈ ਫੈਕਟਰਸ ਦੀ ਗੱਲ ਕੀਤੀ। ਤੁਹਾਡੀ ਖੁਸ਼ਹਾਲ ਜੀਵਨ ਦਾ ਕੀ ਰਾਜ ਹੈ? ਯੈਸ ਜੀ, ਪ੍ਰੋਬਲਮ ਤੇ ਸਾਰੀ ਫੈਮਲੀਜ਼ ਦੇ ਵਿੱਚ ਹੁੰਦੀਆਂ, ਕੁਛ ਨਾ ਕੁਛ ਕਿਸੇ ਨੂੰ। ਆਪਾਂ 100% ਹਸਬੈਂਡ ਵਾਈਫ ਕਦੇ ਵੀ ਇੱਕ ਲਾਈਨ ਦੇ ਵਿੱਚ ਨਹੀਂ ਚੱਲਦੇ। ਇਹ ਕੁਦਰਤੀ ਕੁਛ ਰੱਬ ਨੇ ਸ਼ਾਇਦ ਹੈਗਾ ਹੈ ਕੀਤਾ ਹੋਇਆ। ਪਰ ਮੈਂ ਕਹੂੰਗੀ ਕਿ ਮੇਰਾ ਤੇ ਜੇ ਮੇਰੇ ਸਪਾਊਸ ਦੀ ਗੱਲ ਕਰਾਂ, ਇਹ ਜਿਹੜਾ ਜ਼ਿਆਦਾ ਪਰਸਨਲ ਹੋ ਜਾਏਗਾ, ਪਰ ਮੈਂ ਜਨਰਲ ਗੱਲ ਕਰੂੰਗੀ ਕਿ ਖੁਸ਼ਹਾਲ ਜੀਵਨ ਬਾਰੇ ਆਪਾਂ ਕੀ ਕਹਿ ਸਕਦੇ ਹਾਂ ਕਿ ਆਪਾਂ ਘਰ ਆਉਂਦੇ ਹਾਂ, ਘਰ ਆ ਕੇ ਆਪਾਂ ਘਰ ਨੂੰ ਟਾਈਮ ਦਈਏ, ਆਪਣੇ ਹਸਬੈਂਡ ਨੂੰ ਜਾਂ ਹਸਬੈਂਡ ਆਪਣੀ ਵਾਈਫ ਨੂੰ ਟਾਈਮ ਦੇਵੇ। ਸਭ ਤੋਂ ਵੱਡੀ ਗੱਲ ਹੈ ਟਾਈਮ ਦੇਵੇ, ਬੱਚਿਆਂ ਨਾਲ ਬੈਠੇ। ਇਹ ਨਹੀਂ ਕਿ ਆਏ ਤੇ ਪੈਗ ਲਗਾਏ ਜਾਂ ਦੋਸਤਾਂ ਨੂੰ ਫੋਨ ਕਰ ਲਿਆ, ਦੋਨੋਂ ਸਾਈਡ ਤੋਂ, ਵਾਈਫ ਵੀ ਤੇ ਹਸਬੈਂਡ ਵੀ, ਦੋਨਾਂ ਨਾਲ ਹੈ। ਜੇ ਮੈਂ ਆਪਣੀ ਗੱਲ ਕਰਾਂ, ਮੈਂ ਕੰਮ ਤੋਂ ਆਉਂਦੀ ਹਾਂ ਅਤੇ ਆ ਕੇ ਮੈਂ ਸਭ ਤੋਂ ਪਹਿਲਾਂ ਆਪਣੀ ਸਾਰੀ ਕਹਾਣੀ ਸਾਰੇ ਦਿਨ ਦੀ ਮੈਂ ਹਸਬੈਂਡ ਨੂੰ ਦੱਸਦੀ ਹਾਂ, ਉਹ ਵੀ ਮੈਨੂੰ ਦੱਸਦੇ ਹੈ। ਅੱਛੀ ਗੱਲ ਹੈ, ਕਿਉਂਕਿ ਸਾਨੂੰ ਗੱਲ ਕਰਨੀ ਹੈ। ਗੱਲ ਕਰਨ ਦੇ ਅਸੀਂ ਮੁੱਦੇ ਨਹੀਂ, ਅਸੀਂ ਉਹਨੂੰ ਇਸ਼ੂ ਨਹੀਂ ਬਣਾਉਣਾ, ਅਸੀਂ ਜਸਟ ਅੰਡਰਸਟੈਂਡਿੰਗ ਵੀ ਹਾਂ ਸਾਡੇ ਨਾਲ ਇਹ ਇਸ਼ੂਜ਼ ਹੈਗੇ ਆ, ਸਾਡੇ ਨਾਲ ਇਹ ਹੈ। ਅਸੀਂ ਕਮਿਊਨਿਟੀ ਦੀਆਂ ਵੀ ਗੱਲਾਂ ਕਰਦੇ ਹਾਂ, ਜਿਹੜਾ ਕਿ ਬਹੁਤ ਜ਼ਰੂਰੀ ਹੈ। ਉਹਦਾ ਰੀਜ਼ਨ ਹੈ ਬੱਚਿਆਂ ਨੂੰ, ਕਿ ਸਾਡੇ ਬੱਚੇ ਵੀ ਐਸੇ ਕਮਿਊਨਿਟੀ 'ਚ, ਐਸੇ ਮਾਹੌਲ ਵਿੱਚ ਵੱਡੇ ਹੋ ਰਹੇ ਹੈ, ਅਤੇ ਉਹਨਾਂ ਨੂੰ ਅਸੀਂ ਆਪਣੇ ਕਲਚਰ ਤੋਂ ਵੀ ਦੂਰ ਨਹੀਂ ਕਰ ਸਕਦੇ, ਪਰ ਉਹਨਾਂ ਨੂੰ ਅਸੀਂ ਇਸ ਕਲਚਰ ਤੋਂ, ਜਿਹੜਾ ਇੱਥੇ ਦਾ ਕਲਚਰ ਹੈ, ਅਸੀਂ ਉਹਦੇ ਤੋਂ ਵੀ ਪਿੱਛੇ ਨਹੀਂ ਹਟਾ ਸਕਦੇ। ਸਾਨੂੰ ਉਹ ਬੈਲੈਂਸ ਰੱਖਣਾ ਪੈਂਦਾ ਹੈ, ਅਤੇ ਉਹਦੇ ਕਰਕੇ ਸਾਡੀ ਗੱਲਬਾਤ ਬਹੁਤ ਹੁੰਦੀ ਹੈ, ਜਿਹੜਾ ਮੇਨ ਰੀਜ਼ਨ ਹੈ। ਤੁਸੀਂ ਹੁਣੀ ਪੈਗ ਦੀ ਗੱਲ ਕੀਤੀ, ਔਰ ਸਾਨੂੰ ਇਹ ਵੀ ਪਤਾ ਲੱਗਿਆ ਕਿ ਹਸਬੈਂਡ ਵਾਈਫ ਵੀ ਸ਼ਾਮ ਨੂੰ ਸ਼ਰਾਬ ਦਾ ਸੇਵਨ ਕਰਦੇ ਹੈ ਆਪਣੀ ਗੂੜਤਾ ਬਣਾਉਣ ਲਈ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਇਹ ਉਹਨਾਂ ਦਾ ਆਪਸੀ ਮਾਮਲਾ ਹੈ, ਮੈਂ ਕਹੂੰਗੀ। ਹੁਣ ਕਈ ਜਨਾਨੀਆਂ ਹੈਗੀਆਂ, ਉਹਨਾਂ ਦੇ ਪ੍ਰਿੰਸੀਪਲਸ ਹੈ, ਕੁਛ ਉਸੂਲ ਹੈਗੇ ਹੈ, ਜਾਂ ਉਹਨਾਂ ਦੀ ਵੈਲਿਊਜ਼ ਇਸ ਤਰ੍ਹਾਂ ਦੀਆਂ, ਉਹਨਾਂ ਨੂੰ ਉਸ ਤਰ੍ਹਾਂ ਦੀ ਫੈਮਿਲੀ ਤੋਂ ਉਹ ਆਈਆਂ ਹੈਗੀਆਂ ਕਿ ਉਹ ਜਿੰਨਾ ਮਰਜ਼ੀ ਉਹਨਾਂ ਨੂੰ ਕਹਿ ਲਓ, ਉਹ ਉਸ ਵਾਲੇ ਪਾਸੇ ਨਹੀਂ ਜਾਣਗੀਆਂ। ਅਤੇ ਇਹ ਹਸਬੈਂਡ ਵਾਈਫ ਦਾ ਆਪਸੀ ਰਿਲੇਸ਼ਨ ਹੈ, ਆਪਸੀ ਸੰਬੰਧ ਹੈ, ਆਪਸੀ ਸਮਝ ਹੈ। ਜੇ ਉਹਨਾਂ 'ਚ ਹੈਗਾ ਤਾਂ ਮੈਨੂੰ ਨਹੀਂ ਲੱਗਦਾ ਕਿ ਇਹਦੇ 'ਚ ਕੋਈ ਬੁਰਾਈ ਹੈ। ਅੱਜ ਕੱਲ੍ਹ ਜੇ ਜਨਾਨੀਆਂ ਅਸਮਾਨ 'ਤੇ ਜਾ ਚੁੱਕੀਆਂ, ਚੰਦ 'ਤੇ ਜਾ ਚੁੱਕੀਆਂ, ਇੰਨੀ ਪ੍ਰੋਗਰੈਸ ਕਰ ਚੁੱਕੀਆਂ ਹਰ ਫੀਲਡ ਦੇ ਵਿੱਚ, ਅਤੇ ਮੈਨੂੰ ਨਹੀਂ ਲੱਗਦਾ ਕਿ ਇਹਦੇ 'ਚ ਜੇ ਆਪਣੇ ਸ਼ੌਕ ਲਈ ਪੀਂਦੀਆਂ, ਹਾਂ ਜੇ ਉਹ ਫਿਰ ਉਹਨੂੰ ਗਲਤ ਤਰੀਕੇ 'ਤੇ ਯੂਜ਼ ਕੀਤਾ ਜਾਂਦਾ, ਉਹ ਗਲਤ ਹੈ। ਓਬਵੀਅਸਲੀ ਉਹ ਗਲਤ ਹੈ, ਉਹ ਦੋਨੋਂ ਪਾਸਿਓਂ ਫਿਰ ਗਲਤ ਹੈ। ਆਖਰੀ 'ਚ ਗੈਰ ਸੰਬੰਧਾਂ ਦੇ ਸੰਦਰਭ 'ਚ ਤੁਹਾਡਾ ਸਾਡੇ ਦਰਸ਼ਕਾਂ ਨੂੰ ਕੀ ਮੈਸੇਜ ਹੈ? ਮੈਂ ਤਾਂ ਦਰਸ਼ਕਾਂ ਨੂੰ ਇਹ ਕਹੂੰਗੀ ਕਿ ਖੁਸ਼ੀ ਲੱਭਣ ਲਈ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ ਹੈ। ਪਹਿਲਾਂ ਖੁਸ਼ੀ ਆਪਣੇ ਅੰਦਰ ਲੱਭੋ, ਆਪਣੇ ਉਸੂਲ ਦੇਖੋ, ਆਪਣੀ ਵੈਲਿਊਜ਼ ਦੇਖੋ, ਅਤੇ ਉਸ ਤੋਂ ਬਾਅਦ ਆਪਣੀ ਫੈਮਿਲੀ ਦੇਖੋ। ਤੁਹਾਡਾ ਜੋ ਜੀ ਕਰਦਾ ਹੈ ਕਰੋ, ਅਤੇ ਲੋਕਾਂ 'ਤੇ ਨਜ਼ਰਾਂ ਘੱਟ ਰੱਖੋ ਕਿ ਬਈ ਉਹ ਕੀ ਕਰਦੇ ਹੈ ਅਤੇ ਉਹ ਕੀ ਕਰਨਾ ਚਾਹੁੰਦੇ ਹੈ। ਆਪਣੇ ਆਪ ਨੂੰ ਖੁਸ਼ਹਾਲ ਬਣਾਉਣ ਲਈ ਪਹਿਲਾਂ ਆਪਣੇ ਆਪ ਨੂੰ ਖੁਸ਼ੀ ਰੱਖੋ, ਫਿਰ ਤੁਹਾਡਾ ਆਲਾ ਦੁਆਲਾ ਖੁਸ਼ ਰਹੇਗਾ, ਫਿਰ ਤੁਸੀਂ ਬਾਹਰ ਜਾ ਕੇ ਲਈ ਕੰਮ ਵੀ ਕਰ ਸਕੋਗੇ ਅਤੇ ਦੂਜਿਆਂ ਨੂੰ ਤੁਸੀਂ ਖੁਸ਼ ਵੀ ਰੱਖ ਸਕੋਗੇ। ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਜੀ। You'll instantly notice certain amenities at Lexus South Point. The 5-star atmosphere of luxury and vast selection of embodied excellence, of course. And your golf game might improve. You're Lexus in for first-class service and our complimentary car wash. Your wife might actually join you for a little personal maintenance at the South Point Spa. As a guest at Lexus South Point, you may notice you'll never want to leave. Think Lexus. Think the new Lexus South Point. Hi, I'm Lily Perrick, mortgage specialist with the Minion Lending Center's Capital Region, the largest mortgage brokerage company in Canada. With over 100 lenders to choose from, I can offer you the best mortgage product at the lowest interest rate. With over 19 years experience, I know this business inside and out. A mortgage broker costs you nothing, but not using one can cost you tens of thousands of dollars. If you're looking to buy, refinance, invest, if you're employed or self-employed, I can help you. So don't hesitate to give me a call for any mortgage advice.
The Maharaja Banquet Hall can accommodate all your functions, whether they are small or big, and also can accommodate 1,000 people. भारतीय कल्चरल सोसाइटी ऑफ अल्बर्टा आपके लिए लेकर आ रहे हैं 10वां वार्षिक भागवती जागरण, जो कि 14 जून को एडमंटन में होने जा रहा है। तन मन ने नल चेतु पेलिया, तन मन ने नल सेवा कर जावेगा। इस जागरण में पामेला जैन और विपिन सचदेवा तशरीफ ला रहे हैं। ये जागरण शनिवार जून 14 को हिंदू मंदिर एडमंटन, जिसका एड्रेस है 9507 39 एवेन्यू, वहाँ पर होने जा रहा है। आप सबसे गुजारिश है कि इस जागरण में बढ़ चढ़ के हिस्सा लें। Welcome back, friends. Hope you're enjoying our show. Now it's the time for Bollywood segment. In our Bollywood segment today, we have brought you the trailer launch of Akshay Kumar's upcoming film, Fugly. So let's take you over there. सर, तो मुझे बताइए, आप में से कोई बता सकता है कि इस फिल्म का टाइटल क्या है? You know the title? It's bad. Fucking ugly. What? Excuse me, what? Ugly का मतलब है extremely ugly. ये चार दोस्तों की कहानी है। जिस तरह ये चार पन्ने हैं, उसी तरह चार दोस्तों की कहानी है, और इन दोस्तों के बीच में फूट पड़ जाती है। फूट पड़ जाती है, इनमें झगड़ा होता है, और झगड़ा होता है। कितना झगड़ा होगा? और झगड़ा होगा। उसके बाद और झगड़ा होता है। कितना झगड़ा होता है? वापिस। और ये सारे दोस्त मिलके उसके बाद क्या हो जाते हैं? अपन बोलणार 10 वेळा फास्ट। अगली, फ्लावर, पगली, पगली, अगली, फ्लावर, पगली, और अगली, पगली, फ्लावर। Ugly flower. Ugly fugly flower. Ugly ugly flower. Ugly fugly flower. Ugly ugly flower. Ugly ugly flower. Ugly ugly flower. Ugly ugly flower. Thanks a lot. हे जानकारी मध्ये वापरा। I will use it. Thank you. Thank you. Thank you very much. You are a very sporting woman. Actually, after Oh My God, we were not very sure what was the next project going to be. But Kabir here made it very easy for us. With this vision and the really talented newcomers that we have, it made our job simpler. And so we have a second venture ready. It's called Fugly. I'm really proud of this film, and the entire credit obviously goes to the producer, Shipali and Ashwini, and the director. And this amazing cast that you're going to see right now, and I'm really thankful to them, the kind of a role that they've given me. I don't think I've ever done it before. It kind of sometimes while shooting, it used to scare me myself. So what am I doing? But let's see. I'm being nice and I'm asking you, which co-star of yours would you like to be linked with? She called me all the way for auditions. Then for then for shooting, now for dubbing. I had no time to interact with any of my co-stars on that level. But why should I restrict myself to only these three? मोहित जी, मैं आपको, मुझे एक बात बताइए,
आप अनिल कपूर जी से रिलेटेड हैं? बिल्कुल बिल्कुल। तो आप अपने आप को मारवा कहते हैं या कपूर कहलाना चाहिए? एक मेरी शादी के बाल जो है तो मारवा ही है। शादी के बाल का मैन के, ठीक है। जब मैंने साइन किया और बिकॉज ऑफ अश्विनी, जब मैं फर्स्ट टाइम ऑफिस आया तो मैं सोचा हीरोइन कौन होगी, तो मैंने अश्विनी को देखा, मैं सोचा यही हीरोइन है, तो मैंने तभी साइन कर दिया था। बाद में पता चला कि प्रोड्यूसर। थैंक यू अश्विनी। मैं इनको सालों से जानता हूँ, लेकिन वी वर सिटिंग इन एयरपोर्ट एंड वी वर डिस्कसिंग द स्क्रिप्ट। मैं कहा भाई तूने ऑडिशन क्यों नहीं किया फिल्म के लिए? एंड विद द प्लेस दैट वी वर इन द बाथरूम, उन्होंने दिल्ली में बहुत रिहर्सल किया अपने कैरेक्टर के लिए। कैटरिंग शॉप के ओनर है अरफी लांबा। मैंने सुना कि दिल्ली में आप ऐसे करते करते इनका साइज देखते। अरफू का कैरेक्टर है, लैट्रिन की शॉप है, सबसे पहला जो काबिलियत होनी चाहिए वो ये कि आप साइज देखो और बता दो कौन सा पोर्ट्रेट होता है, वो मुझे आता है। The whole idea was to create a youth an anthem which a lot of people in colleges and in schools all across the country use the word fugly. It's an interpretation that can take different forms. मतलब कि गुस्से में हो तो fugly, खुश हो तो fugly, दुखी in because someone left you so fugly, दोस्त साथ हो तो fugly. So fugly has different connotations to it, but the main idea behind it is to create a youth anthem which can actually express what people want to say from the heart and say this is a fugly incident or a fugly word, fugly life. That's what it is, fugly. मुझे नहीं लगता आजकल के न्यू कमर्स जो हैं, जब हम एज ए न्यू कमर आए थे हमें सपोर्ट की ज़रूरत होती थी, बल्कि इनको तो बिल्कुल नहीं होती है। दे आर सो फिट, दे आर सो गुड, दे मेंटली सो बैलेंस्ड एंड आई थिंक दे प्रोफेशनली मच better than all of us, and I think the way they are going, or they are so technologically savvy, they know what they want and what they don't want. इनको सिखाना नहीं पड़ता है because they are so, इनको सारी नॉलेज है। जो मुझे जिंदगी में खुश रहना है। Wondering what's happening in Western Canada? We are presenting Cultural Tadka in Hindi, Punjabi and English. We are coming every Saturday with news, views, entertainment and community coverage. Don't forget to watch us every Saturday morning. Harmony TV, celebrating togetherness. Hi, I'm Navjeen Kabarwal from Optimum Immigration. I'm a licensed immigration consultant. If you have any questions related to any immigration or sponsorship or work permits, you can call me at 780-399-5127, 780-490-6090, 780-468-3331. You can also email me at navjeen@optimumgroup.info. Planning a wedding is never easy. Having your event hosted at prestigious Capilano Conference Center is like a dream come true. We have a bright room, groom room, balconies, center stairs, and 2 conference rooms. Our facility holds more than 1,500 people at a time. Plan your next event at Capilano Conference Center. Call 780-468-5111. ਹੁਣ ਤੁਹਾਨੂੰ ਦੇਣ ਜਾ ਰਹੇ ਹਾਂ ਇੱਕ ਹੋਰ ਇਵੈਂਟ ਦੀ ਜਾਣਕਾਰੀ। ਤੁਹਾਡੇ ਆਪਣੇ ਸ਼ਹਿਰ ਐਡਮਿੰਟਨ ਦੇ ਵਿੱਚ DJ SP ਅਤੇ ਸ਼ੰਮੀ ਰੌਣਕਾਂ ਭਰਿਆ ਪ੍ਰੋਗਰਾਮ ਲੈ ਕੇ ਆ ਰਹੇ ਹਨ, ਜਿਸ ਦੇ ਵਿੱਚ
ਗਿੱਪੀ ਗਰੇਵਾਲ ਅਤੇ ਸ਼ੈਰੀ ਮਾਨ ਤੁਹਾਡਾ ਖੂਬ ਮਨੋਰੰਜਨ ਕਰਨਗੇ। ਇਹ ਪ੍ਰੋਗਰਾਮ 27 ਜੂਨ ਨੂੰ ਕੈਪੀਲਾਨੋ ਸੈਂਟਰ ਵਿੱਚ ਹੋਣ ਜਾ ਰਿਹਾ ਹੈ। ਟਿਕਟਾਂ ਦੀ ਜਾਣਕਾਰੀ ਵਾਸਤੇ ਸਕਰੀਨ ਤੇ ਦਿੱਤੇ ਨੰਬਰ ਤੇ ਕਾਲ ਕਰੋ। For over 20 years, RE/MAX Excellence has served Edmonton as a one-stop, full-service brokerage. Myself and consultant, we have teamed together to address real estate needs in an effective way. I've been assisting my clients in purchasing and selling residential and commercial real estate for the past 6 years, turning their dreams into realities. RE/MAX Excellence, a multiple winner of the Consumer Choice Award. Consumer Choice Award, helping you make better choices. ਵੈਲਕਮ ਬੈਕ ਫਰੈਂਡਸ। ਤੁਹਾਨੂੰ ਅੱਜ ਦਾ ਪ੍ਰੋਗਰਾਮ ਕਿਹੋ ਜਿਹਾ ਲੱਗਿਆ? ਸਾਨੂੰ ਆਪਣੇ ਸੁਝਾਅ ਲਿਖ ਭੇਜੋ info@harmonytv.ca ਤੇ। ਜਾਣ ਤੋਂ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਆਓ ਸੁਣੀਏ ਸੌਂਗ ਆਫ ਦ ਵੀਕ ਬੱਬੂ ਮਾਨ ਦੀ ਆਵਾਜ਼ ਦੇ ਵਿੱਚ ਅਮਰੀਕਾ ਅਮਰੀਕਾ। ਸਤਿ ਸ਼੍ਰੀ ਅਕਾਲ, ਰੱਬ ਰਾਖਾ। ਨਾ ਡਰਦਾ ਏ ਨਾ ਝੁਕਦਾ ਏ, ਮੂੰਹ ਤਾਂ ਨੂੰ ਕਰਕੇ ਥੁੱਕਦਾ ਏ। ਨਾ ਡਰਦਾ ਏ ਨਾ ਝੁਕਦਾ ਏ, ਮੂੰਹ ਤਾਂ ਨੂੰ ਕਰਕੇ ਥੁੱਕਦਾ ਏ। ਦੁਨੀਆ ਤੋਂ ਅੱਲਾ ਹੈ ਦਾ ਤਰੀਕਾ। ਮਰੀਕਾ 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 ਆ ਮਰੀਕਾ, ਮਰੀਕਾ 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 ਆ ਮਰੀਕਾ, ਮਰੀਕਾ 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 ਆ ਮਰੀਕਾ। डरती हर हर करती है, कोई मन्ने या ना मन्ने दुनिया चौकी भरदी है। मिंटो मिंटी हारो कढाउंदा है चीका। मरीका 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 अमेरिकानो। कदे ढा दिंदा ईरान, कदे दबे अफगानिस्तान। अल्लाह काबू पर रखे है पूरा पाकिस्तान। अंदरों मलवई तो पूरा सलीका। मरीका 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 या मरीका 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 अमेरिकानो। नहीं चलदी सरकारां दी खुल पूरी हथियारां दी। कदे कदे जाके मनसो इत्थे वसन दी यारां दी।